ਜਿਹੜੀ 306 ਹੈ ਨਾ, ਉਹ ਅਬੈਟਮੈਂਟ ਕਿਸੇ ਨੂੰ ਇੰਨਾ ਤੰਗ ਕਰਨਾ ਕਿ ਉਹ ਆਪਣੀ ਜਾਨ ਦੇ ਦੇਵੇ। ਉਹਦੇ ਵਿੱਚ ਸਾਥੀ ਦੇ ਸਾਰੇ ਇਕੱਠੇ ਨੇ ਤੇ ਆਪਾਂ ਇਕੱਲੀ ਕੁੜੀ ਦੇ ਦੁਆਲੇ ਨਹੀਂ ਰਹਿਣਾ। ਉਹਨੂੰ ਭਾਜੀ ਅਸੀਂ ਪੂਰੇ ਟੱਬਰ ਨੂੰ ਵੀ ਮਿਲਦੇ ਰਹੇ, ਜਾ ਕੇ ਤਰਲੇ ਕਰਦੇ ਰਹੇ ਵੀ ਕਦੋਂ ਦੇ ਘਰ। ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਲਵਪ੍ਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੇ ਵੱਲੋਂ ਲਵਪ੍ਰੀਤ ਦੇ ਵਕੀਲ ਸੁਨੀਲ ਮੱਲਣ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਜ਼ਰੂਰ ਲਵਪ੍ਰੀਤ ਨੂੰ ਇਨਸਾਫ ਦਿਵਾ ਸਕਦੇ ਹੋ। ਵੱਧ ਚੜ੍ਹ ਕੇ ਲਵਪ੍ਰੀਤ ਦੇ ਵਕੀਲ ਨੂੰ ਹੱਲਾਸ਼ੇਰੀ ਦਿੰਦੇ ਹੋਏ ਲੋਕਾਂ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜ਼ਰੂਰ ਸਾਰਾ ਸੱਚ ਖੁੱਲ੍ਹ ਕੇ ਸਾਹਮਣੇ ਆਵੇਗਾ। ਇਸ ਆਧਾਰ ਤੇ ਹੀ ਲਵਪ੍ਰੀਤ ਦੇ ਵਕੀਲ ਦੇ ਵੱਲੋਂ ਕੁਝ ਗੱਲਾਂ ਨੂੰ ਸਾਹਮਣੇ ਰੱਖਿਆ ਜਾ ਰਿਹਾ ਹੈ ਤੇ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹੋਏ ਬੇਅੰਤ ਕੌਰ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਵਾਪਸ ਆ ਜਾਣਾ ਚਾਹੀਦਾ ਹੈ। ਜੇਕਰ ਉਹ ਸੋਚਦੀ ਹੈ ਕਿ ਉਹ ਬਾਹਰ ਹੀ ਰੁਕ ਜਾਵੇਗੀ, ਜਿਸ ਤਰ੍ਹਾਂ ਦੇ ਨਾਲ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਹ ਇਸ ਆਧਾਰ ਤੇ ਬਾਹਰ ਰਹਿ ਸਕਦੀ ਹੈ ਕਿ ਉਸ ਨੂੰ ਭਾਰਤ ਦੇ ਵਿੱਚ ਖਤਰਾ ਹੈ, ਤਾਂ ਇਸ ਦੇ ਵਕੀਲ ਦਾ ਕਹਿਣਾ ਸੀ ਕਿ ਜਿਹਨੂੰ ਜਾਨ ਮਾਲ ਦਾ ਖਤਰਾ ਹੋਵੇ ਸਿਰਫ ਉਹਨੂੰ ਹੀ ਉੱਥੇ ਸਟੇ ਮਿਲ ਸਕਦੀ ਹੈ। ਬੇਅੰਤ ਕੌਰ ਨੂੰ ਵਾਪਸ ਜ਼ਰੂਰ ਆਉਣਾ ਪਵੇਗਾ। ਇਹ ਵੀ ਕਿਹਾ ਗਿਆ ਕਿ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸਾਰੇ ਕੇਸ ਨੂੰ ਦੇਖਿਆ ਜਾਵੇਗਾ ਅਤੇ ਲੀਗਲੀ ਤੌਰ ਤੇ ਇਸ ਕੇਸ ਦੇ ਵਿੱਚ ਅਤੇ ਜਿਹੜਾ ਭਾਰਤ ਦਾ ਕਾਨੂੰਨ ਹੈ ਉਸ ਦੇ ਤਹਿਤ ਹਰ ਇੱਕ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਭਾਵੇਂ CBI ਦੇ ਕੋਲ ਜਾਣਾ ਪਵੇ, ਇੰਟਰਪੋਲ ਦੇ ਕੋਲ ਜਾਣਾ ਪਵੇ, ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਲਵਪ੍ਰੀਤ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ। ਲਵਪ੍ਰੀਤ ਲਾਡੀ ਦੇ ਵਕੀਲ ਸੁਨੀਲ ਮੱਲਣ ਦੇ ਵੱਲੋਂ ਕਿਹਾ ਗਿਆ ਕਿ ਬੇਅੰਤ ਦੀਆਂ ਇੰਟਰਵਿਊਜ਼ ਤੱਕ ਫਿਕਸ ਸਨ, ਕਿਉਂਕਿ ਉਸ ਦੇ ਵਿੱਚ ਕੋਈ ਵੀ ਕਾਊਂਟਰ ਕੁਐਸਚਨ ਨਹੀਂ ਕੀਤਾ ਗਿਆ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਉਸਨੇ ਸਿਰਫ ਉਹਨਾਂ ਗੱਲਾਂ ਦੇ ਹੀ ਜਵਾਬ ਦਿੱਤੇ ਜਿੰਨੇ ਕਿ ਉਸਨੂੰ ਕਿਹਾ ਗਿਆ ਸੀ। ਵਿਆਹ ਤੋਂ ਪਹਿਲਾਂ ਭਾਵੇਂ ਬੇਅੰਤ ਕੌਰ ਨੇ ਆਪਣੇ ਨਾਮ ਆਪਣਾ ਮੈਰਿਟਲ ਸਟੇਟਸ ਸਿੰਗਲ ਲਿਖਾਇਆ ਸੀ, ਪਰ ਪਾਸਪੋਰਟ ਰੀਨਿਊ ਕਰਦੇ ਸਮੇਂ ਆਖਿਰਕਾਰ ਉਸਨੇ ਅਜਿਹਾ ਕੀਤਾ ਸੀ ਜਾਂ ਫਿਰ ਨਹੀਂ, ਇਸ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਸੁਨੀਲ ਮੱਲਣ ਨੇ ਕਿਹਾ ਕਿ ਉਸਨੇ ਕਾਲਜ ਦੇ ਵਿੱਚ ਵੀ ਆਪਣਾ ਸਟੇਟਸ ਸਿੰਗਲ ਹੀ ਰੱਖਿਆ ਹੋਇਆ ਸੀ। ਲੋਕਡਾਊਨ ਦੇ ਵਿੱਚ ਬੇਅੰਤ ਕੌਰ ਦਾ ਫੋਨ ਨਾ ਚੱਕਣਾ, ਜੋ ਕਿ ਇੱਕ ਚੈਟ ਦੇ ਆਧਾਰ ਤੇ ਅਤੇ ਪੂਰੀ ਕਾਲ ਡਿਟੇਲ ਦੇ ਆਧਾਰ ਤੇ ਵਕੀਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਇੱਕ ਬੇਅੰਤ ਕੌਰ ਦੀ ਸਹੇਲੀ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੇਅੰਤ ਦਾ ਵਿਵਹਾਰ ਲਵਪ੍ਰੀਤ ਦੇ ਨਾਲ ਸੀ। ਬੈਂਕ ਬੈਲੈਂਸ ਚੈੱਕ ਕਰੇਗੀ ਕੈਨੇਡਾ ਸਰਕਾਰ, ਇਹ ਵੀ ਕਿਹਾ ਗਿਆ ਲਵਪ੍ਰੀਤ ਦੇ ਵਕੀਲ ਦੇ ਵੱਲੋਂ। ਇਸ ਤੋਂ ਇਲਾਵਾ 60 ਮਹਿਕਮਿਆਂ ਨੂੰ ਚਿੱਠੀ ਭੇਜੀ ਗਈ ਹੈ ਤਾਂ ਕਿ ਬੇਅੰਤ ਕੌਰ ਦੀ ਸਾਰੀ ਡਿਟੇਲ ਕਢਵਾਈ ਜਾ ਸਕੇ। ਵਕੀਲ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਵੀ ਇੱਕ ਚਿੱਠੀ ਬਾਹਰ ਜ਼ਰੂਰ ਭੇਜੇਗੀ। ਇਸ ਤੋਂ ਬਾਅਦ ਵੀਜ਼ਾ ਕੈਂਸਲ ਹੋਵੇਗਾ ਜਾਂ ਫਿਰ ਬੇਅੰਤ ਕੌਰ ਡਿਪੋਰਟ ਹੋਵੇਗੀ। ਇਹ ਦੋਵੇਂ ਗੱਲਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਵਕੀਲ ਨੇ ਕਿਹਾ ਕਿ ਦੋਵਾਂ ਚੋਂ ਇੱਕ ਚੀਜ਼ ਜ਼ਰੂਰ ਹੋਵੇਗੀ। ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਮੋੜ ਕੀ ਆਉਂਦਾ ਹੈ, ਕਿਉਂਕਿ 25 ਤਰੀਕ ਤੋਂ ਪਹਿਲਾਂ ਪੋਸਟਮਾਰਟਮ ਰਿਪੋਰਟ ਨਹੀਂ ਆ ਸਕਦੀ। ਇਸ ਤਰ੍ਹਾਂ ਦੇ ਨਾਲ ਪੁਲਿਸ ਵਾਲਿਆਂ ਦੇ ਵੱਲੋਂ ਬੀਤੇ ਦਿਨ ਕਿਹਾ ਗਿਆ ਸੀ ਤੇ ਹੁਣ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਤੇ ਕੁਝ ਹੀ ਸਮੇਂ ਪਹਿਲਾਂ ਦੇਖਿਆ ਗਿਆ ਕਿ ਧਰਨਾ ਪ੍ਰਦਰਸ਼ਨ ਕਰਦੇ ਹੋਏ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਮੀਦ ਕੀਤੀ ਗਈ ਸੀ ਕਿ ਜ਼ਰੂਰ ਸਾਰਾ ਪ੍ਰਸ਼ਾਸਨ ਅਤੇ ਪੰਜਾਬ ਦੇ ਲੋਕ ਇਸ ਗੱਲ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਸੱਚਾਈ ਨੂੰ ਬਾਹਰ ਲਿਆਂਦਾ ਜਾ ਸਕੇ। ਅੱਛਾ, ਇੱਕ ਇੱਛਾ ਕੇ ਸਾਥ ਇੱਕ ਇੱਛਾ ਦੇ ਨਾਲ ਆਪਣੀ ਖੁਦ ਨੂੰ ਬੰਨ ਲੈਣਾ, ਸੋਚਣਾ ਕਿ ਜੇ ਇਹ ਹੋਏਗਾ ਮੈਂ ਤਾਂ ਹੀ ਖੁਸ਼ ਹੋਊਂਗਾ, ਜੇ ਮੈਨੂੰ ਇਹ ਚੀਜ਼ ਮਿਲ ਜਾਏਗੀ ਮੈਂ ਤਾਂ ਹੀ ਖੁਸ਼ ਹੋਊਂਗਾ। ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ समझाना चाहोगे ਸਾਨੂੰ ਤੇ ਬਾਕੀ ਲੋਕਾਂ ਨੂੰ? बिल्कुल, देखिए इसको बहुत सारी इसके ऊपर रिसर्चेस भी हुई हैं हार्वर्ड यूनिवर्सिटी में, और बहुत सारी रिसर्चेस हुई हैं जिसको हम साइकोलॉजी में हेडोनिक एडेप्टेशन भी बोलते हैं। इसका मतलब ये होता है कि हम जैसे आपने कहा कि किसी एक चीज के साथ मान लेते हैं कि ये परफेक्ट पार्टनर मुझे मिल जाए तो ही मुझे खुशी होगी, मुझे ये फॉरेन में जाना है वो मिलेगा तभी मेरी जिंदगी में खुशी आएगी, मुझे ये परफेक्ट ये वाली गाड़ी चाहिए तो मेरे को खुशी आएगी, राइट? या ये बड़ा मैंने इमेजिन किया है कि ये इतना बड़ा घर आए तो ही शायद मेरी लाइफ में हैप्पीनेस आएगी। सो इस चीज से हमको बाहर निकलना है, क्योंकि अदरवाइज क्या होता है, वो चीज हमको मिल भी जाए, वो शायद 1 महीना 2 महीना हमें पसंद आएगा, अच्छा लगेगा, लेकिन उसके बाद फिर से अंदर अकेलापन लगने लगेगा, फिर से खालीपन लगने लगेगा, उस चीज के लिए फिर से इंटरेस्ट कम हो जाएगा कि अब क्या, अब कुछ हमको नया चाहिए, है ना? तो मुझे लगता है कि इस चीज को हम रियलाइज करें कि ऐसी
चीजों में बंधना नहीं है हमें अपने आप को। खुशियां बहुत सारी और चीजों में ढूंढी जा सकती है। छोटी छोटी जी हर रोज एक खुशी आप आसपास में देख सकते हैं। एक छोटी सी चीज में भी खुशी मिल सकती है। जी आप बारिश के पानी में भीग रहे हैं, आपको उसमें भी खुशी हो सकती है, हाँ, राइट? तो जी खुश होने के बिल्कुल। लिए बड़ी बड़ी चीजों का इंतजार नहीं करना है, तो किसी एक चीज के साथ अपने को नहीं बांधना है। जी। ਇਹ ਵੀ ਹੈ ਕਿ ਅਗਰ ਆਪਾਂ ਹੁਣ ਇੱਕ ਚੀਜ਼ ਨਾਲ ਬੰਨ ਲਵਾਂਗੇ ਖੁਦ ਨੂੰ ਤਾਂ ਹੋ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਕੁਝ ਟਾਈਮ ਬਾਅਦ ਆਪਾਂ ਉਸ ਤੋਂ ਬੋਰ ਹੋ ਜਾਵਾਂਗੇ, ਫਿਰ ਕਿਸੇ ਹੋਰ ਚੀਜ਼ ਨਾਲ यस, ਬੰਨ ਲਵਾਂਗੇ। राइट राइट, बिल्कुल। तो ये चलता रहेगा फिर। मतलब हमको एक्चुअल में कभी भी संतुष्टि मिलेगी नहीं, वो हैप्पीनेस कभी मिलेगी नहीं, वो हमेशा टेम्परेरी होगी, है ना? हम हमेशा परेशान रहेंगे, फ्रस्ट्रेट रहेंगे। जी इसलिए चीजों के साथ ऐसे बांध के खुशी को नहीं, ठीक है अचीव करना है लाइफ में, वो बहुत अच्छी बात है, उससे मना नहीं कर रही हूँ, लेकिन ऐसे गोल्स नहीं सेट करने हैं। हर रोज खुशी ढूंढनी है, एक टारगेट पे के लिए खुशी नहीं रखनी है, ये मैं कहना चाहती हूँ। हाँ ਬਿਲਕੁਲ ਸਹੀ। ਅੱਛਾ ਕੁਝ ਜੀ। ਲੋਕ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਵੀ ਦੁਖੀ ਹੁੰਦੇ ਨੇ। ਜੇਕਰ ਆਪਾਂ ਲਵਪ੍ਰੀਤ ਦੀ ਗੱਲ ਕਰੀਏ ਤਾਂ ਆਪਣੇ ਮਾਂ-ਬਾਪ ਦੇ ਨਾਲ ਰਹਿੰਦਾ ਸੀ, ਭੈਣ ਭਰਾ ਨਾਲ ਸੀ, ਦੋਸਤਾਂ ਦੇ ਨਾਲ ਗੱਲਬਾਤ ਹੁੰਦੀ ਸੀ, ਰਿਸ਼ਤੇਦਾਰਾਂ ਨਾਲ ਗੱਲਬਾਤ ਹੁੰਦੀ ਸੀ। ਉਸ ਦੇ ਜੀ। ਬਾਵਜੂਦ ਉਸ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਪਰਿਵਾਰ ਦੇ ਨਾਲ ਰਹਿ ਕੇ ਵੀ ਕੋਈ ਵੀ ਵਿਅਕਤੀ ਇਕੱਲਾਪਨ ਕਿਉਂ ਮਹਿਸੂਸ करता है? ਕੀ ਕਾਰਨ ਹੈ ਇਹਦਾ? देखिए, बिल्कुल देखिए, अगर बहुत ज्यादा स्ट्रेस है या डिप्रेशन है, तो चाहे आपके आसपास कितने भी लोग होंगे, आप अकेलापन महसूस करोगे ही करोगे। लेकिन फिर भी कोशिश करें कि अपनों से दूर ना हो, अपने लोगों के बीच फिर भी रहें, और फैमिली वाले भी ये कोशिश करें कि अपनी तरफ से जितना वो केयर, लव और सपोर्ट दे सकते हैं, वो देते रहें। ਜੀ ਪਰ जी। ਪਰਿਵਾਰ ਦੇ ਵਿੱਚ ਰਹਿੰਦੇ ਹੋਏ ਪਤਾ ਹੀ ਨਹੀਂ ਲੱਗਦਾ ਹੈ ਕਿ ਬੱਚਾ ਆਖਿਰਕਾਰ ਕੀ ਸੋਚ ਰਿਹਾ, ਉਸ ਨੂੰ ਕਿਵੇਂ ਭਾਂਪ ਸਕਦੇ ਸੀ ਉਹ? ਕਿਉਂਕਿ ਜਿਸ ਦਿਨ ਲਵਪ੍ਰੀਤ ਘਰੋਂ ਗਿਆ ਆਪਣੇ ਫਾਦਰ ਦੇ ਨਾਲ ਰਾਤ ਨੂੰ 8 ਵਜੇ ਰੋਟੀ ਖਾ ਕੇ ਗਿਆ ਸੀਗਾ, ਜਾ ਕੇ ਉਸਨੇ ਸੁਸਾਈਡ ਕਰ ਲਈ ਉਸ ਤੋਂ ਬਾਅਦ। देखो ऐसा नहीं है, कोई ना कोई सिम्टम जरूर होते हैं, हम सिम्टम्स को पहचान नहीं पाते। अब अगर हम कहते हैं कि क्या सिम्टम्स हैं, तो बहुत सारे सिम्टम्स हो सकते हैं, कि जैसे हो सकता है कई दिनों से वो इस तरह की कुछ चीजें बोल रहा हो, है ना? इस तरह की चीजें डायरेक्टली नहीं बोलते हैं, कभी भी डायरेक्ट नहीं होता है, हमेशा इनडायरेक्टली कुछ बोला जाता है। जैसे फॉर एग्जाम्पल कि बस अब दुनिया में रखा ही क्या है ना? अब तो हर चीज से मन ही उठ गया, ऐसे लगता है छोड़ो क्या करना है, ये इस तरह के स्टेटमेंट्स वो हमको पकड़ने होते हैं नेगेटिव कि थॉट्स। नेगेटिव थॉट्स, है ना, वो हो सकता है। या फिर इस तरह की कोई चीजें हो सकती हैं कि लोगों से कम इंटरेक्ट कर रहा है, या बात बात पे गुस्सा हो रहा है, या इरिटेट हो रहा है, या बिल्कुल अलग हो रहा है, मतलब, या कुछ ऐसे सिम्टम्स की उदासी बहुत ज्यादा दिख रही है। सो कुछ तो सिम्टम्स जनरली रहते हैं, बाकी तो देखिए अब इट्स रियली सैड, इट्स रियली सैड।